ਬਟਾਲਾ ਚ ਐਨਕਾਊਂਟਰ ਤੋਂ ਬਾਅਦ ਗੈਂਗਸਟਰ ਰਣਜੋਤ ਬਬਲੂ ਗ੍ਰਿਫਤਾਰ। ਦੋਵੇਂ ਪਾਸਿਓਂ ਕਰੀਬ 60 ਰਾਉਂਡ ਹੋਏ ਫਾਇਰ। ਇਕੱਲਾ ਬਬਲੂ 2 ਪਿਸਤੌਲਾਂ ਦੇ ਨਾਲ ਕਰ ਰਿਹਾ ਸੀ ਫਾਇਰ। ਪੰਜਾਬ 'ਚ ਦਹਿਸ਼ਤ ਦੀ ਵੱਡੀ ਸਾਜ਼ਿਸ਼ ਨਾਕਾਮ। ਭਾਰੀ ਮਾਤਰਾ 'ਚ ਅਸਲੇ ਸਣੇ 4 ਮੁਲਜ਼ਮ ਗ੍ਰਿਫਤਾਰ। ISI ਦੇ ਨਾਲ ਦੱਸਿਆ ਜਾ ਰਿਹਾ ਕੁਨੈਕਸ਼ਨ। ਦੀਪਕ ਟੇਨੋ ਦੇ ਫਰਾਰ ਹੋਣ ਦੇ ਵਿੱਚ 2 ਕੁੜੀਆਂ ਦੀ ਵੀ ਭੂਮਿਕਾ ਆ ਰਹੀ ਹੈ ਸਾਹਮਣੇ। ਪੁਲਿਸ ਨੇ ਲੁਧਿਆਣਾ ਦੀ ਪੱਖੋਵਾਲ ਰੋਡ ਤੇ ਕੀਤੀ ਰੇਡ। ਸੂਤਰਾਂ ਮੁਤਾਬਿਕ ਲੁਧਿਆਣਾ ਦੇ ਵਿੱਚ ਟੀਨੂ ਚਲਾ ਰਿਹਾ ਸੀ ਵੱਡਾ ਨੈਟਵਰਕ। ਮੋਹਾਲੀ 'ਚ ਕਾਂਗਰਸ ਆਗੂ ਕੈਪਟਨ ਸੰਦੀਪ ਸੰਧੂ ਦੇ ਘਰ ਤੇ ਵਿਜੀਲੈਂਸ ਦੀ ਰੇਡ। ਕੈਪਟਨ ਸੰਧੂ ਦੀ ਹੋ ਸਕਦੀ ਹੈ ਗ੍ਰਿਫਤਾਰੀ। 65 ਲੱਖ ਰੁਪਏ ਦੇ ਕਥਿਤ ਸਟਰੀਟ ਲਾਈਟ ਘੁਟਾਲੇ ਦੇ ਵਿੱਚ ਨੇ ਨਾਮਜ਼ਦ। ਨਿਊਜ਼ 18 ਦੀ ਖਬਰ ਦਾ ਵੱਡਾ ਅਸਰ। ਮੌੜ ਮੰਡੀ ਦੇ ਵਿੱਚ ਨਸ਼ਾ ਤਸਕਰਾਂ ਦੇ ਖਿਲਾਫ ਪੁਲਿਸ ਦਾ ਐਕਸ਼ਨ। 7 ਲੋਕਾਂ ਨੂੰ ਹਿਰਾਸਤ ਵਿੱਚ ਲਿਆ, ਘਰਾਂ ਦੇ ਅੰਦਰ ਵੜ ਕੇ ਲਈ ਤਲਾਸ਼ੀ। ਸੀਯੂ ਵੀਡੀਓ ਕਾਂਡ 'ਚ ਮੁਲਜ਼ਮ ਰੰਕਜ ਨੇ ਰੱਖਿਆ ਆਪਣਾ ਪੱਖ। ਖੁਦ ਨੂੰ ਦੱਸਿਆ ਬੇਕਸੂਰ। ਕਿਹਾ ਮੁੱਖ ਮੁਲਜ਼ਮ ਨੇ ਮੇਰੀ ਫੋਟੋ ਦਾ ਕੀਤਾ ਗਲਤ ਇਸਤੇਮਾਲ। ਹਿਮਾਚਲ ਪੁਲਿਸ ਦੇ ਕੋਲ ਜਾ ਕੇ ਮੈਂ ਖੁਦ ਕੀਤੀ ਸੀ ਸ਼ਿਕਾਇਤ। ਅਦਾਕਾਰਾ ਸ਼ਹਿਨਾਜ਼ ਗਿੱਲ ਦੇ ਪਿਤਾ ਨੇ ਪੁਲਿਸ ਦੇ ਕੋਲ ਦਰਜ ਕਰਵਾਈ ਸ਼ਿਕਾਇਤ। ਵਿਦੇਸ਼ੀ ਨੰਬਰ ਤੋਂ ਜਾਨੋਂ ਮਾਰਨ ਦੀ ਮਿਲੀ ਸੀ ਧਮਕੀ। ਦੀਵਾਲੀ ਤੋਂ ਪਹਿਲਾਂ ਘਰ ਦੇ ਵਿੱਚ ਵੜ ਕੇ ਮਾਰਨ ਦੀ ਕਹੀ ਸੀ ਗੱਲ। ਮੋਗਾ 'ਚ ਸੜਕ ਬਾਹਰ ਖੇਡ ਰਹੀ ਮਾਸੂਮ ਤੇ ਚੜੀ ਕਾਰ। 3 ਸਾਲਾ ਬੱਚੀ ਦੀ ਮੌਕੇ ਤੇ ਹੋਈ ਮੌਤ। ਕਾਰ ਸਵਾਰੀ ਬੱਚੀ ਨੂੰ ਲੈ ਕੇ ਗਿਆ ਸੀ ਹਸਪਤਾਲ। HGPC ਦੇ ਪੰਥਕ ਰੋਸ ਮਾਰਚ ਦੇ ਵਿੱਚ ਸ਼ਾਮਲ ਹੋਣ ਵਾਲੇ ਹਰਿਆਣਾ ਗੁਰੂ ਘਰਾਂ ਦੇ ਮੁਲਾਜ਼ਮਾਂ ਤੇ ਹੋਵੇਗੀ ਸਖਤ ਕਾਰਵਾਈ। HGPC ਬੋਲੀ ਮੁਲਾਜ਼ਮਾਂ ਦੀ ਬਣਾਈ ਜਾ ਰਹੀ ਹੈ ਲਿਸਟ। ਰੋਸ ਮਾਰਚ ਬਹਾਨੇ ਲੋਕਾਂ ਨੂੰ ਕੀਤਾ ਗਿਆ ਗੁੰਮਰਾਹ। ਚੰਡੀਗੜ੍ਹ ਤੋਂ ਪੂਰੇ ਦੇਸ਼ ਨੇ ਦੇਖੀ ਇੰਡੀਅਨ 에ਅਰ ਫੋਰਸ ਦੀ ਤਾਕਤ। ਰਾਫੇਲ, ਸੁਖੋਈ, ਮਿਗ ਤੇ ਪ੍ਰਚੰਡ ਸਮੇਤ 80 ਤੋਂ ਜ਼ਿਆਦਾ 에ਅਰਕ੍ਰਾਫਟ ਨੇ ਦਿਖਾਏ ਜੌਹਰ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਹਰਿਆਣਾ। ਮੈਂ ਪਰਵਿੰਦਰ ਸਿੰਘ ਤੇਜਾ। ਸਾਰੇ ਦਰਸ਼ਕਾਂ ਦਾ ਬੁਲੇਟਿਨ ਸਵਾਗਤ ਹੈ। ਸ਼ੁਰੂਆਤ ਕਰਾਂਗੇ ਵੱਡੀ ਖਬਰ ਤੋਂ। ਹਰਭਜਨ ਸਿੰਘ ਦੇ ਵੱਲੋਂ PCA ਪ੍ਰਧਾਨ ਤੇ ਵੱਡੇ ਇਲਜ਼ਾਮ ਲਗਾਏ ਗਏ ਨੇ। PCA ਦੇ ਵਿੱਚ ਗੜਬੜੀਆਂ ਹੋ ਰਹੀਆਂ ਨੇ। ਹਰਭਜਨ ਸਿੰਘ ਨੇ ਨਿਊਜ਼ 18 ਪੰਜਾਬ ਦੇ ਨਾਲ ਖਾਸ ਗੱਲਬਾਤ ਦੇ ਦੌਰਾਨ ਇਹ ਵੱਡਾ ਇਲਜ਼ਾਮ ਲਗਾਇਆ। ਉਹਨਾਂ ਦਾ ਕਹਿਣਾ ਕਿ PCA ਦੇ ਵਿੱਚ ਗੜਬੜੀਆਂ ਹੋ ਰਹੀਆਂ ਨੇ। ਨਿਊਜ਼ 18 ਤੇ ਹਰਭਜਨ ਸਿੰਘ ਨੇ ਕਈ ਰਾਜ਼ ਖੋਲੇ ਨੇ ਇਸ ਪੂਰੇ ਮਾਮਲੇ ਦੇ ਵਿੱਚ। PCA ਦੇ ਵਿੱਚ ਗਲਤ ਕੰਮ ਨੂੰ ਰੋਕਣਾ ਮੇਰੀ ਜ਼ਿੰਮੇਵਾਰੀ ਹੈ। ਨਿਊਜ਼ 18 ਪੰਜਾਬ ਦੇ ਨਾਲ ਐਕਸਕਲੂਸਿਵ ਗੱਲਬਾਤ ਦੇ ਦੌਰਾਨ ਹਰਭਜਨ ਸਿੰਘ ਦਾ ਕਹਿਣਾ ਹੈ ਕਿ PCA ਦੇ ਵਿੱਚ ਜੇਕਰ ਕੁਝ ਗਲਤ ਹੁੰਦਾ ਤਾਂ ਉਸ ਨੂੰ ਰੋਕਣਾ ਮੇਰੀ ਜ਼ਿੰਮੇਵਾਰੀ ਹੈ। ਮੇਰਾ ਦੋਸਤ ਸੀਗਾ ਗੁਲਜ਼ਾਰ ਚਹਿਲ, ਪਰ ਕਿਸੇ ਦੇ ਅੰਦਰ ਕੀ ਹੈ ਇਹ ਪਤਾ ਨਹੀਂ ਹੁੰਦਾ। ਉਹਨਾਂ ਨੇ ਵੀ ਮੰਨਿਆ ਕਿ ਗੁਲਜ਼ਾਰ ਚਹਿਲ ਉਹਨਾਂ ਦਾ ਦੋਸਤ ਸੀਗਾ, ਪਰ ਕਿਸੇ ਦੇ ਅੰਦਰ ਕੀ ਹੁੰਦਾ ਹੈ ਇਹ ਪਤਾ ਨਹੀਂ ਹੁੰਦਾ। ਹਰਭਜਨ ਸਿੰਘ ਦੇ ਵੱਲੋਂ ਗੰਭੀਰ ਇਲਜ਼ਾਮ ਲਗਾਏ ਗਏ ਨੇ। ਦਰਅਸਲ PCA ਪ੍ਰਧਾਨ ਤੇ ਉਹਨਾਂ ਦਾ ਕਹਿਣਾ ਹੈ ਕਿ PCA ਦੇ ਵਿੱਚ ਗੜਬੜੀਆਂ ਹੋ ਰਹੀਆਂ ਨੇ। PCA ਦੇ ਵਿੱਚ ਗਲਤ ਕੰਮ ਨੂੰ ਰੋਕਣਾ ਮੇਰੀ ਜ਼ਿੰਮੇਵਾਰੀ ਹੈ। ਨਾਲ ਹੀ ਹਰਭਜਨ ਸਿੰਘ ਦਾ ਕਹਿਣਾ ਹੈ ਕਿ ਮੇਰਾ ਦੋਸਤ ਸੀਗਾ ਗੁਲਜ਼ਾਰ ਚਹਿਲ, ਪਰ ਕਿਸੇ ਦੇ ਅੰਦਰ ਕੀ ਹੈ ਇਹ ਕਿਸੇ ਨੂੰ ਪਤਾ ਨਹੀਂ ਹੁੰਦਾ। ਸਾਡੇ ਨਾਲ ਖੁਦ ਹਰਭਜਨ ਸਿੰਘ ਜੁੜ ਚੁੱਕੇ ਨੇ, ਚੀਫ ਐਡਵਾਈਜ਼ਰ ਨੇ PCA ਦੇ, ਔਰ ਦੱਸਣ ਦੀ ਲੋੜ ਨਹੀਂ ਕੀ ਯੋਗਦਾਨ ਕ੍ਰਿਕਟ 'ਚ। ਭਾਜੀ ਸਵਾਗਤ ਹੈ ਨਿਊਜ਼ 18 ਤੇ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਭਾਜੀ ਲੈਟਰ ਜਿਹੜਾ ਆਇਆ ਉਸ ਤੋਂ ਬਾਅਦ ਕਾਫੀ ਮਾਹੌਲ ਗਰਮਾ ਗਿਆ PCA ਦੀ ਵਰਕਿੰਗ ਨੂੰ ਲੈ ਕੇ। ਸਿੱਧਾ ਗੁਲਜ਼ਾਰ ਚਹਿਲ ਦਾ ਮੈਂ ਨਾਮ ਲਵਾਂ, ਪ੍ਰੈਜ਼ੀਡੈਂਟ ਨੇ ਉਹਨਾਂ ਦੇ ਉੱਪਰ ਇੱਕ ਸਿੱਧੀ ਤਰ੍ਹਾਂ ਤੁਸੀਂ ਲਿਖਿਆ ਕਿ ਵਰਕਿੰਗ ਸਹੀ ਨਹੀਂ ਹੈ, ਚਾਹੇ 150 ਮੈਂਬਰ ਦੀ। ਐਗਜ਼ੈਕਟ ਹੋਇਆ ਕੀ ਹੈ ਭਾਜੀ? ਦੇਖੋ ਜੀ, 150 ਮੈਂਬਰ ਦੀ ਜਿਹੜੀ ਇਹ ਗੱਲ ਮੇਰੇ ਨਜ਼ਰ 'ਚ ਲਿਆਂਦੀ ਗਈ ਆਫਿਸ ਬੇਅਰਰ ਵੱਲੋਂ। ਹੋਰ ਕਈ ਸ਼ਿਕਾਇਤਾਂ ਪਿਛਲੇ 10 ਦਿਨਾਂ ਤੋਂ ਮੇਰੇ ਨਜ਼ਰ 'ਚ ਲਿਆਂਦੀਆਂ ਗਈਆਂ ਜੀ, ਪਰ ਸਭ ਤੋਂ ਵੱਡੀ ਜਿਹੜੀ ਗੱਲ ਇਹ ਮੈਨੂੰ ਲੱਗੀ ਕਿ ਇਹ ਬਹੁਤ ਕੁਝ ਇਹ ਲੀਗਲ ਜਿਹੜਾ ਚੱਲ ਰਿਹਾ ਉਹਦੇ ਵਿੱਚ ਮੈਨੂੰ ਇੰਟਰਵੀਨ ਕਰਨਾ ਚਾਹੀਦਾ, ਤੇ ਮੈਂ ਬੀਇੰਗ ਏ ਐਡਵਾਈਜ਼ਰ ਆਫ PCA ਜੀ, ਤੇ ਮੇਰਾ ਇਹ ਫਰਜ਼ ਬਣਦਾ ਸੀਗਾ ਕਿ ਮੈਂ ਦੇਖਾਂ ਕੀ ਗਲਤ ਹੋ ਰਿਹਾ। ਉਹ ਜਦੋਂ ਪਤਾ ਲਗਾਇਆ ਤੇ 150 ਮੈਂਬਰ ਜੀ ਇਹਨਾਂ ਨੇ ਬਿਨਾਂ ਕਿਸੇ ਨੂੰ ਪੁੱਛਿਆ ਜਾਂ ਐਪਿਕਸ ਦੀ ਮੀਟਿੰਗ ਬੁਲਾਏ ਜਾਂ ਫਿਰ PCA ਦੀ ਕੋਈ ਮੀਟਿੰਗ ਬੁਲਾਏ, ਖੁਦ ਹੀ ਡਿਸਾਈਡ ਕਰਕੇ ਕਿ ਅਸੀਂ 150 ਮੈਂਬਰ ਨਵੇਂ ਬਣਾ ਰਹੇ ਹਾਂ, ਜੋ ਕਿ ਇੱਕ ਇਲੀਗਲ ਤਰੀਕਾ ਐਸੋਸੀਏਸ਼ਨ ਨੂੰ ਚਲਾਉਣ ਦਾ। ਤੇ ਅੱਗੇ ਅਗਰ ਇਹ ਬਣਾਉਣ 'ਚ ਕਾਮਯਾਬ ਹੋ ਜਾਂਦੇ ਤੇ ਫਿਰ ਇਹਦਾ ਮਤਲਬ ਇਹ ਹੋਏਗਾ ਕਿ ਇਹ ਅਗਲੇ ਆਉਣ ਵਾਲੇ ਕਈ ਸਾਲਾਂ ਤੱਕ PCA ਦੇ ਵਿੱਚ ਇਲੈਕਸ਼ਨ ਨਹੀਂ ਹੋਏਗਾ ਤੇ ਹੋਰ ਕੋਈ ਵੀ ਇਹ PCA ਦਾ ਜਿਹੜਾ ਹੈਗਾ ਕੰਮ ਸੰਭਾਲ ਨਹੀਂ ਸਕਦਾ। ਇਹਨੂੰ ਹੜੱਪਣ ਦੀ ਕੋਸ਼ਿਸ਼ ਕੀਤੀ ਗਈ ਹੈ।
ਪੀਸੀਏ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜੀ ਔਰ ਲੈਟਰ ਲਿਖਣ ਦੇ ਬਾਵਜੂਦ ਜੀ ਲੋਕਾਂ ਦੇ ਕੱਲ ਤੱਕ ਪੈਸੇ ਜਮ੍ਹਾਂ ਹੋ ਰਹੇ ਸੀਗੇ ਜਿਨ੍ਹਾਂ ਨੂੰ ਇਹਨਾਂ ਨੇ ਮੈਂਬਰ ਬਣਾਉਣ ਦੇ ਲਈ ਸੱਦੇ ਭੇਜੇ ਆ ਔਰ ਸਾਰੇ ਜਿਹੜੇ ਮੈਂਬਰ ਜਿਨ੍ਹਾਂ ਨੂੰ ਸੱਦੇ ਭੇਜੇ ਆ ਉਹ ਇਹਨਾਂ ਦੇ ਲਾਗੇ ਛਾਗੇ ਦੇ ਕੋਈ ਪਰਿਵਾਰਾਂ ਦੇ ਸੰਬੰਧਿਤ ਆ, ਜੀ ਕੋਈ ਯਾਰ ਦੋਸਤ ਹੈ, ਕੋਈ ਜੀ। ਇਹਨਾਂ ਦੀ ਜਾਣ ਪਹਿਚਾਣ ਦੇ ਹੀ ਲੋਕ ਨੇ ਉਹ, ਪਰ ਭਾਜੀ ਜੋ ਕਿ ਬਿਲਕੁਲ ਇਲੀਗਲ ਹੈ। ਜੀ ਜਦੋਂ ਗੁਲਜ਼ਾਰ ਚਹਿਲ ਦਾ ਨਾਮ ਨੋਮੀਨੇਸ਼ਨ ਭਰਿਆ ਸੀਗਾ ਔਰ ਕਿਉਂਕਿ ਕ੍ਰਿਕਟ ਤੁਸੀਂ ਇਕੱਠੇ ਖੇਲੇ ਸੀ ਜੂਨੀਅਰ ਲੈਵਲ ਜਾਂ ਕੁਝ ਆਪਾਂ ਗੱਲ ਕਰੀਏ, ਇਹ ਵੀ ਕਿਹਾ ਜਾਂਦਾ ਵੀ ਤੁਸੀਂ ਹੀ ਲਿਆਈ ਸੀ ਕਿ ਵੀ ਚਲੋ ਇੱਕ ਕ੍ਰਿਕਟਰ ਹੈ। ਹਾਂਜੀ, ਮੈਂ ਲੈ ਕੇ ਆਇਆ ਸੀਗਾ ਜੀ ਇਹਨਾਂ ਨੂੰ ਕਿਉਂਕਿ ਇਹ ਅੰਡਰ 14 ਅੰਡਰ 16 ਤੱਕ ਕ੍ਰਿਕਟ ਖੇਲੇ ਆ ਤੇ ਉਸ ਤੋਂ ਬਾਅਦ ਆਪਣੀ ਜੋ ਇਹ ਜ਼ਿੰਦਗੀ ਨਿੱਜੀ ਜ਼ਿੰਦਗੀ ਦੇ ਵਿੱਚ ਜਿੱਦਾਂ ਵੀ ਇਹਨਾਂ ਨੇ ਤਰੱਕੀ ਕੀਤੀ ਹੈ ਜੀ ਤੇ ਮੇਰੇ ਦੋਸਤ ਵੀ ਸੀਗੇ। ਹੁਣ ਕਿਸੇ ਦੇ ਅੰਦਰ ਵੜ ਕੇ ਤਾਂ ਨਹੀਂ ਦੇਖਿਆ ਜਾ ਸਕਦਾ ਕਿ ਉਹਦੀ ਮਨਸ਼ਾ ਕੀ ਹੋ ਜਾਏਗੀ ਜਾਂ ਉਹਦਾ ਰੰਗ ਰੂਪ ਬਦਲ ਜਾਏਗਾ ਜਦੋਂ ਪਾਵਰ ਚ ਆਏਗਾ। ਜੀ ਇਹ ਲਿਆਂਦਾ ਤਾਂ ਅਸੀਂ ਪੰਜਾਬ ਦੀ ਕ੍ਰਿਕਟ ਨੂੰ ਬੈਟਰ ਕਰਨ ਦੇ ਲਈ ਸੀ ਕਿ ਤਾਂ ਕਿ ਪੰਜਾਬ ਦੀ ਕ੍ਰਿਕਟ ਅੱਗੇ ਜਾਵੇ, ਪੰਜਾਬ ਦੇ ਕ੍ਰਿਕਟਰਾਂ ਦਾ ਭਲਾ ਹੋਵੇ। ਜੀ ਪਰ ਇੱਥੇ ਉਹ ਸਟੈਪ ਜਿਹੜਾ ਉਹ ਬਹੁਤ ਜ਼ਿਆਦਾ ਮਹਿੰਗਾ ਪੈ ਗਿਆ। ਇਹ ਤਾਂ ਕ੍ਰਿਕਟ ਨੂੰ ਪਿੱਛੇ ਲਿਜਾਣ ਵਾਲੀਆਂ ਗੱਲਾਂ ਹੋ ਰਹੀਆਂ ਕਿ ਆਪਾਂ ਪ੍ਰੋਕਸੀਆਂ ਬਣਾ ਲਈਏ, ਜੀ ਆਪਾਂ ਇੱਥੇ ਕਬਜ਼ਾ ਕਰ ਲਈਏ ਤਾਂ ਕਿ ਹੋਰ ਕੋਈ ਆ ਹੀ ਨਾ ਸਕੇ ਔਰ ਬਿਨਾਂ ਕਿਸੇ ਨੂੰ ਦੱਸਿਆ ਇਲੀਗਲ ਤਰੀਕੇ ਨਾਲ ਅਸੀਂ ਇਹਨੂੰ ਆਪਣੇ ਹੱਥਾਂ 'ਚ ਰੱਖੀਏ। ਤੁਹਾਡੀ ਗੱਲਬਾਤ ਨਹੀਂ ਹੋਈ ਕਿਉਂਕਿ ਦੋਸਤ ਸੀਗੇ, ਤੁਸੀਂ ਫੋਨ ਤੇ ਕੋਈ ਗੱਲ ਕੀਤੀ ਹੋਈ ਕਿ ਗੁਲਜ਼ਾਰ ਨਾਲ ਕਿ ਇਦਾਂ ਕੀ ਚੱਲ ਰਿਹਾ ਜਾਂ? ਹਾਂਜੀ, ਮੈਂ ਤਾਂ ਜਦੋਂ ਮੈਨੂੰ ਪਤਾ ਲੱਗਿਆ ਮੈਂ ਬੜਾ ਪਹਿਲਾਂ ਤਾਂ ਸ਼ੌਕਡ ਹੋਇਆ ਕਿ ਇਹ ਮੈਨੂੰ ਤੁਸੀਂ ਦੱਸਿਆ ਕਿਉਂ ਨਹੀਂ ਕਿ ਇਹ ਚੀਜ਼ ਕਰਨ ਲੱਗੇ ਆ। ਕਹਿੰਦੇ ਨਹੀਂ ਇਹ ਤਾਂ ਬਣ ਗਏ, ਹੁਣ ਅਗਲੀ ਵਾਰੀ ਦੱਸਾਂਗੇ ਜਦੋਂ ਅਗਲੇ ਬਣਾਵਾਂਗੇ। ਅੱਛਾ, ਤੇ ਅਗਲੀ ਵਾਰੀ ਤੁਹਾਨੂੰ ਪੁੱਛ ਕੇ ਕਰ ਲਾਂਗੇ। ਪਹਿਲੀ ਗੱਲ ਤਾਂ ਇਹ ਜੀ ਤੁਸੀਂ ਇਹ ਕਿੱਦਾਂ ਬਣਾ ਲਓਗੇ ਕਿਉਂਕਿ ਇੱਕ ਤੁਸੀਂ ਐਪਿਕਸ ਤੋਂ ਨਾ ਪਾਸ ਕਰਾਏ, ਨਾ ਤੁਸੀਂ ਏਜੀਐਮ ਤੋਂ ਪਾਸ ਕਰਾਏ, ਨਾ ਤੁਸੀਂ ਆਪਣੇ ਚੀਫ ਐਡਵਾਈਜ਼ਰ ਨਾਲ ਡਿਸਕਸ ਤੱਕ ਨਹੀਂ ਕੀਤਾ ਔਰ ਤੁਸੀਂ ਘਰ ਬੈਠੇ ਹੀ ਸਲਾਹ ਕਰ ਲਈ ਕਿ ਆਪਾਂ ਆਪਣੇ ਜਾਣਕਾਰਾਂ ਨੂੰ ਸੱਦੇ ਭੇਜੀਏ ਤੇ ਉਹਨਾਂ ਤੋਂ ਆਪਾਂ ਮੈਂਬਰਸ਼ਿਪ ਦੇ ਕਾਗਜ਼ ਭਰਵਾਈਏ ਤੇ ਕੰਮ ਖਤਮ ਕਰੀਏ। ਭਾਜੀ ਸੀਐਮ ਸਾਹਿਬ ਨੂੰ ਕੋਈ ਗੱਲਬਾਤ ਹੋਈ ਇਸ ਬਾਰੇ? ਤੁਸੀਂ ਦੱਸਿਆ ਕਿਉਂਕਿ ਤੁਸੀਂ ਚੀਫ ਐਡਵਾਈਜ਼ਰ, ਤੁਹਾਨੂੰ ਜ਼ਿੰਮੇਵਾਰੀ ਦਿੱਤੀ ਗਈ ਸੀ ਵੀ ਪੰਜਾਬ ਦੀ ਕ੍ਰਿਕਟ ਨੂੰ ਐਜ਼ ਅ ਚੀਫ ਐਡਵਾਈਜ਼ਰ। ਹਾਂਜੀ, ਮੈਂ ਸੀਐਮ ਸਾਹਿਬ ਨੂੰ ਦੱਸ ਦਿੱਤਾ ਹੈਗਾ ਜੀ। ਬਾਕੀ ਹੁਣ ਜੋ ਇੰਟਰਵਿਊ ਕਰਨਗੇ ਉਹਨਾਂ ਦਾ ਜਿੰਮਾ ਜੀ। ਜਿੰਨੀ ਉਹਨਾਂ ਦੀ ਅਸੀਂ ਤਾਰੀਫ ਕਰੀਏ ਉਨੀ ਘੱਟ ਆ ਕਿਉਂਕਿ ਸੀਐਮ ਸਾਹਿਬ ਇੱਕ ਐਸੀ ਮਿਸਾਲ ਆ ਕਿ ਜਿੱਥੇ ਵੀ ਅਸੀਂ ਉਹਨਾਂ ਦਾ ਨਾਮ ਲਈਏ ਕਿ ਹਾਂ ਵੀ ਕਿਤੇ ਭ੍ਰਿਸ਼ਟਾਚਾਰ ਹੋ ਰਿਹਾ, ਕਿਤੇ ਵੀ ਅਗਰ ਗਲਤ ਕੰਮ ਹੋ ਰਿਹਾ ਤੇ ਸੀਐਮ ਸਾਹਿਬ ਨੇ ਉਹਦੀ ਖੁੱਲ ਕੇ ਨਿੰਦਿਆ ਵੀ ਕੀਤੀ ਹੈ ਤੇ ਉਹ ਕੰਮਾਂ ਤੇ ਰੋਕ ਵੀ ਲਵਾਈ ਹੈ। ਤੇ ਇਹ ਵੀ ਉਹੀ ਕੰਮ ਹੋ ਰਿਹਾ ਸੀਗਾ ਕਿਉਂਕਿ ਮੈਂ ਇਸ ਪਾਰਟੀ ਦਾ ਮੈਂਬਰ ਵੀ ਹਾਂ, ਮੈਂ ਉਹਨਾਂ ਦੀ ਟੀਮ ਦਾ ਮੈਂਬਰ ਵੀ ਹਾਂ ਤੇ ਮੈਂ ਜ਼ਰੂਰ ਉਹਨਾਂ ਤੋਂ ਬਹੁਤ ਸਾਰੀਆਂ ਚੀਜ਼ਾਂ ਸਿੱਖੀਆਂ ਇੰਸਪਾਇਰ ਹੋ ਕੇ ਕਿ ਜਿੱਥੇ ਗਲਤ ਹੋ ਰਿਹਾ ਉਹਨੂੰ ਰੋਕਣਾ ਜ਼ਰੂਰੀ ਹੈ ਔਰ ਮੈਂ ਉਹਨਾਂ ਦੀ ਨਜ਼ਰ 'ਚ ਇਹ ਗੱਲ ਕਰ ਦਿੱਤੀ ਹੈ। ਕੀ ਕਹਿਣਾ ਸੀ ਸੀਐਮ ਸਾਹਿਬ ਦਾ ਭਾਜੀ? ਉਹਨਾਂ ਨੇ ਸੁਣ ਲਈ ਇਹ ਗੱਲ। ਬਾਕੀ ਦੇਖੀਏ ਹੁਣ ਜੋ ਉਹਨਾਂ ਦਾ ਡਿਸੀਜਨ ਹੋਏਗਾ ਉਹ ਤਾਂ ਫਿਰ ਉਹੀ ਦੱਸ ਸਕਦੇ ਆ ਜੀ। ਮੈਂ ਤਾਂ ਸਿਰਫ ਇਹ ਜਿਹੜਾ ਗਲਤ ਕੰਮ ਹੋ ਰਿਹਾ ਸੀ ਇਹਨੂੰ ਰੋਕ ਲਗਾਉਣ ਲਈ ਮੈਂ ਪਹਿਲੋਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਬੜੇ। ਮੈਂ ਹੁਣ ਹਾਇਰ ਅਥਾਰਟੀਜ਼ ਨੂੰ ਵੀ ਦੱਸ ਚੁੱਕਿਆ, ਚਿੱਠੀ ਲਿਖ ਚੁੱਕਿਆ ਆ ਤੇ ਹੁਣ ਜਿੱਦਾਂ ਹਾਇਰ ਅਥਾਰਟੀ ਜੋ ਵੀ ਡਿਸਾਈਡ ਕਰੇਗੀ ਤੇ ਇਹਦੇ ਉੱਤੇ ਅੱਗੇ ਕਾਰਵਾਈ ਹੋਏਗੀ। ਲਾਸਟ ਸਵਾਲ ਭਾਜੀ, ਪੀਸੀ ਆਫੀਸ਼ੀਅਲਸ ਨਾਲ ਵੀ ਮੇਰੀ ਗੱਲਬਾਤ ਹੋਈ ਸੀ, ਉਹ ਕਹਿ ਰਹੇ ਕਿ ਬਿਲਕੁਲ ਹਰਭਜਨ ਸਿੰਘ ਨੇ ਸਹੀ ਕੀਤਾ, ਅਸੀਂ ਉਹਨਾਂ ਦੇ ਨਾਲ ਔਰ ਇੱਕ ਓਮਬੁਡਸਮੈਨ ਯਾਨੀ ਕਿ ਲੋਕਪਾਲ ਨੂੰ ਵੀ ਪੀਸੀ ਆਫੀਸ਼ੀਅਲਸ ਵੱਲੋਂ ਚਿੱਠੀ ਲਿਖੀ ਗਈ ਹੈ, ਉਹ ਵੀ ਇੰਤਜ਼ਾਰ ਕਰ ਰਹੇ ਨੇ। ਕੀ ਨੈਕਸਟ ਸਟੈਪ ਕੀ ਹੋਏਗਾ? ਨੈਕਸਟ ਤਾਂ ਦੇਖੋ ਜੀ, ਜੋ ਇੱਥੇ ਬਣਦੀ ਕਾਰਵਾਈ ਹੋਏਗੀ ਕਿ ਇਲੀਗਲ ਐਕਟੀਵਿਟੀਜ਼ ਦੇ ਉੱਤੇ ਜੋ BCCI ਦੇ ਰੂਲਸ ਦੇ ਅਕੋਰਡਿੰਗਲੀ ਜਾਂ ਫਿਰ ਜੋ ਵੀ ਇੱਥੇ ਬਣਦੀ ਕਾਰਵਾਈ ਜਿਹੜੀ ਕਰਨ ਦੀ ਗੱਲ ਹੈ ਉਹ ਹੋਏਗੀ। ਉਸ ਤੋਂ ਬਾਅਦ ਹੀ ਅਗਲੀ ਕੋਈ ਜਿਹੜੀ ਸਟੇਜ ਦਾ ਸਾਨੂੰ ਪਤਾ ਲੱਗੇਗਾ। ਬਟ ਪਹਿਲਾ ਕੰਮ ਇਹ ਆ ਕਿ ਇਹ ਜਿਹੜੀ ਐਕਟੀਵਿਟੀਜ਼ ਇਲੀਗਲ ਹੋ ਰਹੀਆਂ ਉਹਨੂੰ ਰੁਕਾਉਣਾ ਜਿਹੜਾ ਆ ਉਹ ਜ਼ਰੂਰੀ ਆ ਤਾਂ ਕਿ ਆਉਣ ਵਾਲੀ ਅਸੀਂ ਸਾਡੀ ਜਿਹੜੀ ਪ੍ਰਥਾ ਆ ਜਾਂ ਜਿਹੜੀ ਚੱਲਦੀ ਆ ਰਹੀ ਨੇ ਸਾਲਾਂ ਤੋਂ ਉਹਨੂੰ ਅਸੀਂ ਬਦਨਾਮ ਨਾ ਕਰੀਏ ਕਿ ਜੀ ਇੱਥੇ ਏਦਾਂ ਦੇ ਕੰਮ ਹੋ ਰਹੇ। ਸਾਡਾ PCA ਦੇ ਵਿੱਚ ਆ ਕੇ ਬਹਿਣਾ ਸਿਰਫ ਤੇ ਸਿਰਫ ਇਹੀ ਮਕਸਦ ਦੇ ਨਾਲ ਆਏ ਆ ਕਿ PCA ਦੇ ਜਿਹੜੇ ਕੰਮ ਆ, ਕ੍ਰਿਕਟ ਜਿਹੜੀ ਹੈ ਪੰਜਾਬ ਦੀ ਉਹ ਕਲੀਨ ਹੋਵੇ, ਵਧੀਆ ਹੋਵੇ, ਅੱਗੇ ਨੂੰ ਵਧੇ। ਤੇ ਜੇ ਅਸੀਂ ਏਦਾਂ ਹੀ ਭ੍ਰਿਸ਼ਟਾਚਾਰੀਆਂ ਨੂੰ ਆਪਣੇ ਕੰਮ ਕਰਨ ਦਿਆਂਗੇ ਤੇ ਫਿਰ ਕ੍ਰਿਕਟ ਅੱਗੇ ਨਹੀਂ ਵੱਧ ਸਕਦਾ। ਇੱਕ ਹੋਰ ਲਾਸਟ ਸਵਾਲ ਜਹਿਨ ਜਾਂਦਾ ਭਾਜੀ, ਇਹ ਜਿਹੜਾ T20 ਮੈਚ ਹੋਇਆ ਕਿਆ ਇਹਨੂੰ ਲੈ ਕੇ ਵੀ ਕੋਈ ਸ਼ਿਕਾਇਤਾਂ ਮਿਲੀ? ਕਿਉਂਕਿ ਕਾਫੀ ਲੋਕ ਬਾਹਰ ਸੀਗੇ ਕਿ ਬਦ ਇੰਤਜ਼ਾਮੀ ਸੀ ਜਾਂ ਕੁਛ ਏਦਾਂ ਦੀ। ਬਹੁਤ ਸਾਰੀਆਂ ਦੇਖੋ ਸ਼ਿਕਾਇਤਾਂ ਮਿਲੀਆਂ ਹੈਗੀਆਂ ਆ, ਇਹ ਮੈਚ ਤੋਂ ਪਹਿਲੇ ਦੀਆਂ ਵੀ ਤੇ ਮੈਚ ਦੇ ਬਾਅਦ ਦੀਆਂ ਵੀ।
ਜੀ ਉਹ ਡਿਫਰੈਂਟ ਆਫੀਸ਼ੀਅਲਸ ਤੋਂ ਮਿਲੀਆਂ ਹੈਗੀਆਂ, ਓਕੇ ਜਿਹੜਾ ਪੀਸੀਏ ਦੇ ਵਰਕਿੰਗ 'ਚ ਹੈ। ਜੀ ਤੇ ਕੁਝ ਪੀਸੀਏ ਦੇ ਵਿੱਚ ਕੰਮ ਵੀ ਨਹੀਂ ਕਰਦੇ, ਉੱਥੋਂ ਵੀ ਸ਼ਿਕਾਇਤਾਂ ਮਿਲੀਆਂ। ਜੀ ਬਟ ਉਹ ਸਾਰੀਆਂ ਚੀਜ਼ਾਂ ਤੇ ਤਾਂ ਜਦੋਂ ਇਸ ਮੈਚ ਦੇ ਉੱਤੇ ਅਸੀਂ ਬੈਠਾਂਗੇ, ਇਸ ਮੈਚ ਦੇ ਬਾਰੇ ਗੱਲ ਕਰਾਂਗੇ ਜੀ ਕਿ ਕੀ ਖਰਚੇ ਹੋਏ, ਕੀ ਨਹੀਂ ਹੋਏ, ਉਹ ਚੋਂ ਜੀ ਬਹੁਤ ਸਾਰੀਆਂ ਚੀਜ਼ਾਂ ਹੋਰ ਵੀ ਲੱਭਣਗੀਆਂ। ਜੀ ਪਰ ਪਹਿਲਾ ਮੁੱਦਾ ਤੇ ਇਹੀ ਹੈ ਜੀ ਕਿ ਆਪਾਂ ਇਹ ਜਿਹੜੇ ਇਲੀਗਲ ਕੰਮ ਆ ਜੀ ਉਹਨੂੰ ਸਟ੍ਰੇਟ ਅਵੇ ਸਟਾਪ ਕੀਤਾ ਜਾਵੇ। ਉਸ ਤੋਂ ਬਾਅਦ ਦੇਖੋ ਜਦੋਂ ਮੈਚ ਦੀ ਅਸੀਂ ਆਡਿਟ ਕਰਾਂਗੇ ਜੀ ਉਹ 'ਚ ਵੀ ਬੜੀਆਂ ਚੀਜ਼ਾਂ ਦਾ ਚਾਨਣਾ ਹੋ ਜਾਏਗਾ, ਕਿੱਥੇ ਕਿੱਥੇ ਕੀ ਕੰਮ ਹੋਇਆ। ਅੱਗੇ ਵਧਾਂਗੇ ਤੇ ਗੱਲ ਕਰਾਂਗੇ ਆਪਰੇਸ਼ਨ ਕਲੀਨ ਦੀ। ਬਟਾਲਾ ਦੇ ਵਿੱਚ ਐਨਕਾਊਂਟਰ ਦੇ ਦੌਰਾਨ ਪੁਲਿਸ ਨੇ ਗੈਂਗਸਟਰ ਰਣਜੋਤ ਬੱਬਲੂ ਨੂੰ ਗ੍ਰਿਫਤਾਰ ਕਰ ਲਿਆ। ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਪੁਲਿਸ ਨੇ ਇਹ ਕਾਮਯਾਬੀ ਹਾਸਲ ਕੀਤੀ ਹੈ, ਕਿਉਂਕਿ ਗੈਂਗਸਟਰ ਬੱਬਲੂ ਖੇਤਾਂ ਦੇ ਵਿੱਚ ਲੁਕਿਆ ਹੋਇਆ ਸੀਗਾ। ਕਈ ਘੰਟੇ ਲਗਾਤਾਰ ਐਨਕਾਊਂਟਰ ਚੱਲਦਾ ਰਿਹਾ ਤੇ ਆਖਿਰਕਾਰ ਇਸ ਗੈਂਗਸਟਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਦਰਅਸਲ ਪਿੰਡ ਕੋਟਲਾ ਬੋਝਾ, ਜਿਹੜਾ ਕਿ ਬਟਾਲਾ ਦੇ ਬਿਲਕੁਲ ਕੋਲ ਪੈਂਦਾ ਹੈ, ਪਿੰਡ ਕੋਟਲਾ ਬੋਝਾ, ਉੱਥੇ ਇਹ ਗੈਂਗਸਟਰ ਬੱਬਲੂ ਲੁਕਿਆ ਹੋਇਆ ਸੀਗਾ। ਗੈਂਗਸਟਰ ਨੇ ਪੁਲਿਸ ਤੇ ਫਾਇਰ ਵੀ ਕੀਤੇ ਸਨ। ਪੁਲਿਸ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਗੈਂਗਸਟਰ ਦੇ ਵੱਲੋਂ ਪੁਲਿਸ ਤੇ ਫਾਇਰ ਵੀ ਕੀਤੇ ਗਏ। ਦੋਵੇਂ ਪਾਸਿਓਂ ਕਰੀਬ 60 ਰਾਉਂਡ ਫਾਇਰ ਹੋਏ। ਰਣਜੋਤ ਬੱਬਲੂ ਗੋਲੀ ਲੱਗਣ ਦੇ ਨਾਲ ਜ਼ਖਮੀ ਹੋਇਆ। ਐਸਐਸਪੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਰਣਜੋਤ ਬੱਬਲੂ ਜਦੋਂ ਗੋਲੀ ਲੱਗਦੀ ਹੈ ਉਸ ਤੋਂ ਬਾਅਦ 'ਚ ਉਹ ਜ਼ਖਮੀ ਹੋ ਜਾਂਦਾ ਹੈ। ਬੱਬਲੂ 2 ਪਿਸਤੌਲਾਂ ਦੇ ਨਾਲ ਫਾਇਰ ਕਰ ਰਿਹਾ ਸੀਗਾ। ਇਹ ਵੀ ਵੱਡੀ ਜਾਣਕਾਰੀ ਐਸਐਸਪੀ ਨੇ ਦਿੱਤੀ ਹੈ ਕਿ 2 ਪਿਸਤੌਲਾਂ ਦੇ ਨਾਲ ਇੱਕੋ ਸਮੇਂ ਬੱਬਲੂ ਦੇ ਵੱਲੋਂ ਖੁਦ ਦੇ ਵੱਲੋਂ ਹੀ ਫਾਇਰ ਕੀਤੇ ਜਾ ਰਹੇ ਸਨ। ਕਈ ਘੰਟੇ ਆਪਰੇਸ਼ਨ ਚੱਲਿਆ ਤੇ ਆਖਿਰਕਾਰ ਗੈਂਗਸਟਰ ਬੱਬਲੂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਗੈਂਗਸਟਰ ਬੱਬਲੂ ਦੀ ਅਸੀਂ ਤੁਹਾਨੂੰ ਫਾਈਲ ਤਸਵੀਰ ਵਿਖਾ ਰਹੇ ਹਾਂ। ਇਹੀ ਹੈ ਉਹ ਗੈਂਗਸਟਰ ਬੱਬਲੂ ਜਿਸ ਦੇ ਨਾਲ ਕਈ ਘੰਟੇ ਬਟਾਲਾ ਦੇ ਕੋਲ ਪਿੰਡ ਕੋਟਲਾ ਬੋਝਾ ਦੇ ਵਿੱਚ ਪੁਲਿਸ ਦਾ ਐਨਕਾਊਂਟਰ ਚੱਲਿਆ, ਆਪਰੇਸ਼ਨ ਚੱਲਿਆ ਤੇ ਆਖਿਰਕਾਰ ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਇਸੇ ਗੈਂਗਸਟਰ ਬੱਬਲੂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਦੀਆਂ ਅਸੀਂ ਤਸਵੀਰਾਂ ਵਿਖਾ ਰਹੇ ਹਾਂ। ਦਰਅਸਲ ਪੁਲਿਸ ਉਸ ਨੂੰ ਗ੍ਰਿਫਤਾਰ ਕਰਨ ਦੇ ਲਈ ਪਹੁੰਚੀ ਹੋਈ ਸੀ। ਉਸ ਤੋਂ ਬਾਅਦ 'ਚ ਉਸ ਤੋਂ ਭੱਜ ਗਿਆ। ਉਸ ਤੋਂ ਬਾਅਦ 'ਚ ਫਾਇਰ ਵੀ ਕੀਤੇ ਗਏ ਪੁਲਿਸ ਦੇ ਵੱਲੋਂ ਜਵਾਬੀ ਫਾਇਰ ਕੱਢੇ ਗਏ ਤੇ ਆਖਿਰਕਾਰ ਕਾਫੀ ਘੰਟਿਆਂ ਦੀ ਮੁਸ਼ੱਕਤ ਹੈ ਉਸ ਨੂੰ ਕਾਬੂ ਕੀਤਾ ਗਿਆ। ਤੁਹਾਨੂੰ ਹਸਪਤਾਲ ਦੀਆਂ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਕਿਉਂਕਿ ਜ਼ਖਮੀ ਹੋਇਆ ਗੋਲੀ ਲੱਗਣ ਦੇ ਨਾਲ ਤੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਿਵੇਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਹਸਪਤਾਲ ਲਿਜਾਇਆ ਗਿਆ ਉਸ ਦੇ ਇਲਾਜ ਦੇ ਵਾਸਤੇ। ਉਸ ਤੋਂ ਬਾਅਦ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ, ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਰਿਮਾਂਡ ਦੇ ਵਿੱਚ ਜਿਹੜੀ ਵੀ ਪੁੱਛਗਿੱਛ ਹੋਵੇਗੀ ਉਸ ਦੌਰਾਨ ਕਈ ਵੱਡੇ ਖੁਲਾਸੇ ਹੋ ਸਕਦੇ ਨੇ। ਕਿਵੇਂ ਪੂਰਾ ਆਪਰੇਸ਼ਨ ਹੋਇਆ, ਕਿਵੇਂ ਐਨਕਾਊਂਟਰ ਹੋਇਆ, ਤੁਹਾਨੂੰ ਵੱਖ-ਵੱਖ ਤਸਵੀਰਾਂ ਦੇ ਜ਼ਰੀਏ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਬਟਾਲਾ ਦੇ ਕੋਲ ਹੈ ਪਿੰਡ ਦਰਅਸਲ ਕੋਟਲਾ ਬੋਝਾ, ਜਿੱਥੇ ਕਿ ਇਹ ਲੁਕਿਆ ਹੋਇਆ ਸੀਗਾ। ਕਮਾਦ ਦੇ ਵਿੱਚ, ਕਮਾਦ ਦੀ ਫਸਲ ਦੇ ਵਿੱਚ ਇਸ ਦੇ ਵੱਲੋਂ ਪਨਾਹ ਲੈਣ ਦੀ ਕੋਸ਼ਿਸ਼ ਕੀਤੀ ਗਈ, ਪਰ ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ 'ਚ ਪੁਲਿਸ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਦੌਰਾਨ ਉਸ ਦੇ ਗੋਲੀ ਵੀ ਲੱਗੀ ਹੈ, ਗੈਂਗਸਟਰ ਜ਼ਖਮੀ ਹੋਇਆ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਤੇ ਇਹ ਵੀ ਐਸਐਸਪੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜਦੋਂ ਉਸ ਨੂੰ ਕਾਬੂ ਕਰਨ ਦੀ, ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਦੇ ਵੱਲੋਂ ਪੁਲਿਸ ਤੇ ਵੀ ਫਾਇਰ ਕੀਤੇ ਗਏ, ਪੁਲਿਸ ਤੇ ਫਾਇਰਿੰਗ ਕੀਤੀ ਗਈ ਤਾਂ ਜਵਾਬੀ ਕਾਰਵਾਈ ਜਿਹੜੀ ਪੁਲਿਸ ਵੱਲੋਂ ਵੀ ਕੀਤੀ ਗਈ, ਜਿਸ ਤੋਂ ਬਾਅਦ 'ਚ ਆਖਿਰਕਾਰ ਗੈਂਗਸਟਰ ਬੱਬਲੂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦਰਅਸਲ ਖੇਤਾਂ ਦੇ ਵਿੱਚ ਲੁਕਿਆ ਹੋਇਆ ਸੀਗਾ। ਇਹਨਾਂ ਤਸਵੀਰਾਂ, ਵੱਖ-ਵੱਖ ਤਸਵੀਰਾਂ ਦੇ ਵਿੱਚ ਖੇਤਾਂ ਦੀਆਂ ਤਸਵੀਰਾਂ ਵਿਖਾ ਰਹੇ ਹਾਂ। ਕਮਾਦ ਦੀ ਫਸਲ ਦੇ ਵਿੱਚ ਹੀ ਪਨਾਹ ਲੈਣ ਦੀ ਕੋਸ਼ਿਸ਼ ਕੀਤੀ ਗਈ, ਕਿਉਂਕਿ ਕਮਾਦ ਦੀ ਫਸਲ ਦਾ ਕੱਦ ਬਹੁਤ ਜ਼ਿਆਦਾ ਹੁੰਦਾ ਹੈ। ਜਦੋਂ ਵੀ ਉੱਥੇ ਕੋਈ ਲੁਕਦਾ ਤਾਂ ਦੂਰੋਂ ਕਿਸੇ ਨੂੰ ਉਸ ਗੱਲ ਦਾ ਪਤਾ ਵੀ ਨਹੀਂ ਲੱਗਦਾ, ਹਲਚਲ ਦੇ ਬਾਰੇ ਵੀ ਨਹੀਂ ਪਤਾ ਲੱਗਦਾ। ਹਾਲਾਂਕਿ ਕਮਾਦ ਦੇ ਵਿੱਚ ਲੁਕ ਕੇ ਉਸਨੇ ਆਪਣੀ ਜਾਨ ਬਚਣ ਦੀ ਕੋਸ਼ਿਸ਼ ਕੀਤੀ, ਭੱਜਣ ਦੀ ਕੋਸ਼ਿਸ਼ ਕੀਤੀ, ਪਰ ਆਖਿਰਕਾਰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ, ਕਿਉਂਕਿ ਮੌਕੇ ਤੇ ਬਾਰਡਰ ਰੇਂਜ ਦੇ ਆਈਜੀ ਮੌਕੇ ਤੇ ਮੌਜੂਦ ਸਨ, ਬਟਾਲਾ ਦੇ ਐਸਐਸਪੀ ਮੌਕੇ ਤੇ ਮੌਜੂਦ ਸਨ, ਵੱਡੇ ਅਧਿਕਾਰੀ ਮੌਜੂਦ ਸਨ ਤੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਦੇ ਅਧਿਕਾਰੀਆਂ, ਮੁਲਾਜ਼ਮਾਂ ਦੇ ਵੱਲੋਂ ਇਸ ਪੂਰੇ ਐਨਕਾਊਂਟਰ ਨੂੰ ਅੰਜਾਮ ਦਿੱਤਾ ਗਿਆ, ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਤੇ ਆਖਿਰਕਾਰ ਗੈਂਗਸਟਰ ਬੱਬਲੂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਤੋਂ ਬਾਅਦ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਇਸ ਤੋਂ ਬਾਅਦ 'ਚ ਕੋਰਟ ਦੇ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ, ਕਿਉਂਕਿ ਪੁਲਿਸ ਨੇ ਵੀ ਜਾਣਕਾਰੀ ਦਿੱਤੀ ਹੈ ਕਿ ਵੱਖ-ਵੱਖ ਅੰਮ੍ਰਿਤਸਰ ਰੂਰਲ ਦੇ ਵੱਲੋਂ ਇਸ ਦੇ ਖਿਲਾਫ 4 ਪਰਚੇ ਦਰਜ ਕੀਤੇ ਗਏ ਨੇ। ਬਟਾਲਾ ਪੁਲਿਸ ਵੱਲੋਂ ਇਸ ਦੇ ਖਿਲਾਫ 2 ਪਰਚੇ ਦਰਜ ਕੀਤੇ ਜਾਣਗੇ। ਕਰੀਬ ਵੱਖ-ਵੱਖ ਮਾਮਲਿਆਂ ਦੇ ਵਿੱਚ 6 ਕੇਸ ਇਸ ਦੇ ਖਿਲਾਫ ਦਰਜ ਨੇ। ਕਾਫੀ ਸਮੇਂ ਤੋਂ ਪੁਲਿਸ ਨੂੰ ਲੋੜੀਂਦਾ ਸੀਗਾ ਤੇ ਆਖਿਰਕਾਰ ਵੱਡੇ ਆਪਰੇਸ਼ਨ ਦੇ ਦੌਰਾਨ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਤੁਸੀਂ ਦੱਸ ਰਹੇ ਵੀ ਗੈਂਗਸਟਰ ਨੂੰ ਪੁਲਿਸ ਨੇ ਅਰੈਸਟ ਕਰ ਲਿਆ। ਇਹ ਉਹ ਗੱਡੀ ਹੈ ਜਿਹਦੇ ਵਿੱਚ ਗੈਂਗਸਟਰ ਨੂੰ ਅਰੈਸਟ ਕੀਤਾ ਗਿਆ ਆ। ਇਹ 2 ਬੰਦੇ ਉਹਨਾਂ ਦੇ ਸਾਥੀ ਨੇ, ਉਹਨਾਂ ਦੇ 2 ਸਾਥੀ ਜਿਹਨੂੰ ਅਰੈਸਟ ਕਰ ਲਿਆ ਗਿਆ। ਲੇਕਿਨ ਜਿਹੜਾ ਗੈਂਗਸਟਰ ਮੇਨ ਆ ਬੱਬਲੂ, ਉਹਨੂੰ ਵੀ ਅਰੈਸਟ ਕਰ ਲਿਆ ਗਿਆ। ਤੁਹਾਨੂੰ ਮੈਂ ਗੱਡੀ ਦਿਖਾਉਣਾ ਚਾਹਾਂਗਾ। ਇਹ ਉਹ ਗੱਡੀ ਆ ਜਿਸ ਗੱਡੀ ਵਿੱਚ ਉਹਦੇ ਜਿਹੜੇ 2 ਸਾਥੀ ਨੇ ਉਹ ਅਰੈਸਟ ਕਰ ਲਏ ਗਏ ਨੇ। ਉਹਨਾਂ ਨੂੰ ਪੁਲਿਸ ਆਪਣੀ ਕਸਟਡੀ ਵਿੱਚ ਲੈ ਰਹੀ ਹੈ। ਜਿਹੜਾ ਮੇਨ ਗੈਂਗਸਟਰ ਬੱਬਲੂ ਆ ਉਹਨੂੰ ਵੀ ਪੁਲਿਸ ਨੇ ਫੜ ਲਿਆ ਗਿਆ ਔਰ ਗੈਂਗਸਟਰ ਇੱਥੋਂ ਮੌਕੇ 'ਤੇ ਫੜ ਲਏ ਗਏ ਨੇ। ਔਰ ਗੱਡੀ ਤੁਹਾਨੂੰ ਦਿਖਾਉਣਾ ਚਾਹੁੰਦਾ ਵੀ ਇਹ ਗੈਂਗਸਟਰ ਦੇ ਸਾਥੀ ਜਿਹਨਾਂ ਦੀ ਮਦਦ ਕੀਤੀ ਆ। ਇਹ ਉਹਨਾਂ ਦਾ ਕਹਿਣਾ ਵੀ ਇਹ ਉਹ ਗੈਂਗਸਟਰ ਉਹ ਸਾਥੀ ਨੇ ਜਿਹਨਾਂ ਦੀ ਮਦਦ ਕੀਤੀ, ਉਹਨਾਂ ਨੂੰ ਵੀ ਪੁਲਿਸ ਨੇ ਉੱਥੇ ਅਰੈਸਟ ਕਰ ਲਿਆ। ਔਰ ਅਰੈਸਟ ਕਰਨ ਤੋਂ ਬਾਅਦ ਜਿਹੜਾ ਮੇਨ ਗੈਂਗਸਟਰ ਆ ਬੱਬਲੂ, ਉਹਨੂੰ ਵੀ ਪੁਲਿਸ ਨੇ ਅਰੈਸਟ ਕਰ ਲਿਆ। ਨਿਊਜ਼ 18 ਪੰਜਾਬ ਦੇ ਲਈ ਮੁਝੰਬਰ ਬਿੱਟੂ। देखो बड़ा ऑपरेशन इस तरीके नाल है
ਫੜਨ 'ਚ ਕਾਮਯਾਬ ਹੋਏ ਆ ਔਰ ਸਵੇਰ ਤੋਂ ਹੀ ਭੱਜ ਰਿਹਾ ਸੀਗਾ। ਪੁਲਿਸ ਤੇ ਫਾਇਰਿੰਗ ਕੀਤੀ ਇਹਨੇ, ਪੁਲਿਸ ਵਾਲਿਆਂ ਨੇ ਵੀ ਆਪਦੇ ਅਫਸਰਾਂ ਨੇ ਆਪਦੀ ਸੈਲਫ ਡਿਫੈਂਸ ਫਾਇਰਿੰਗ ਕੀਤੀ ਜਿਹਦੇ 'ਚ ਜ਼ਖਮੀ ਵੀ ਹੋਇਆ ਹੈ। ਤਕਰੀਬਨ 11 ਤੋਂ 12 ਮੁਕੱਦਮੇ ਇਹਦੇ ਖਿਲਾਫ ਰਜਿਸਟਰ ਆ। 2 ਸਾਡੇ ਬਟਾਲੇ ਦੇ ਵਿੱਚ ਰਜਿਸਟਰ ਆ ਔਰ 8-9 ਇਹਦੇ ਅੰਮ੍ਰਿਤਸਰ ਰੂਰਲ 'ਚ ਰਜਿਸਟਰ ਆ ਜੀ। ਸੋ ਹੁਣ ਇਹਨੂੰ ਅਸੀਂ ਜ਼ਖਮੀ ਆ, ਇਹਦੇ ਗੋਲੀਆਂ ਵੱਜੀਆਂ ਹੋਈਆਂ ਜੀ। ਹੁਣ ਫਰਦਰ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਵੀ ਹੋਰ ਕੀ ਚੀਜ਼ਾਂ ਹੈ। ਸਰ, ਜਿਸ ਤਰ੍ਹਾਂ ਲਗਾਤਾਰ ਅਨਾਉਂਸਮੈਂਟਸ ਵੀ ਕੀਤੀਆਂ ਜਾ ਰਹੀਆਂ ਸੀ ਕਿ ਸਰੈਂਡਰ ਕਰਦੇ, ਉਹ ਕੀ ਕਾਰਨ ਸਾਹਮਣੇ ਆਇਆ ਕਿ ਆਖਿਰਕਾਰ ਇੰਨਾ ਸਮਾਂ ਕਿਉਂ ਲੱਗ ਗਿਆ ਇਸ ਨੂੰ ਗ੍ਰਿਫਤਾਰ ਕਰਨ ਦੇ ਵਿੱਚ? ਦੇਖੋ ਹੁਣ ਤੁਹਾਡੇ ਸਾਹਮਣੇ ਹੀ ਹੈ ਜੀ, ਸਾਰਾ ਆਪਰੇਸ਼ਨ ਤੁਹਾਡੇ ਸਾਹਮਣੇ ਹੀ ਹੋਇਆ ਹੈ। ਪੁਲਿਸ ਵੱਲੋਂ ਤਾਂ ਪਹਿਲਾਂ ਇਹਨੂੰ ਇਹੀ ਕਿਹਾ ਗਿਆ ਸੀ ਵੀ ਇਹ ਸਰੈਂਡਰ ਕਰ ਦੇ, ਪਰ ਇਹਨੇ ਸਰੈਂਡਰ ਨਹੀਂ ਕੀਤਾ। ਫਿਰ ਅਸੀਂ ਕਮਾਦ ਦੇ ਖੇਤ ਦੇ ਵਿੱਚ ਆਪਰੇਸ਼ਨ ਕਰਕੇ ਫਿਰ ਉਸ ਤੋਂ ਬਾਅਦ ਇਹ ਅੱਗੇ ਚਲਾ ਗਿਆ, ਜਿੱਥੋਂ ਫਿਰ ਅਸੀਂ ਇਹਨੂੰ ਅਰੈਸਟ ਕੀਤਾ ਜੀ। ਸਰ, ਇੱਕ ਹੋਰ ਸਵਾਲ, ਇਹ ਰਹਿਣ ਵਾਲਾ ਅੰਮ੍ਰਿਤਸਰ ਰੂਰਲ ਦੇ ਅਧੀਨ ਜਿਹੜਾ ਪਿੰਡ ਆਉਂਦਾ, ਤਾਂ ਇੱਥੇ ਬਟਾਲਾ ਦੇ ਵਿੱਚ ਕਦੋਂ ਤੋਂ ਰਹਿ ਰਿਹਾ ਸੀ ਜਾਂ ਇੱਥੇ ਕੀ ਉਹਦਾ ਕਨੈਕਸ਼ਨ ਹੈ? ਦੇਖੋ ਪਿਛਲੇ 10-12 ਦਿਨ ਤੋਂ ਇੱਥੇ ਸਾਡੇ ਏਰੀਆ 'ਚ ਐਕਟਿਵ ਸੀਗਾ। ਹੁਣ ਉਸ ਤੋਂ ਬਾਅਦ ਕਦੋਂ ਦਾ ਹੈ, ਕੀ ਚੀਜ਼ਾਂ ਹੈ, ਸਾਰੀਆਂ ਹੁਣ ਪਾਰਟ ਆਫ ਇਨਵੈਸਟੀਗੇਸ਼ਨ ਅਸੀਂ ਕਰਾਂਗੇ ਜੀ। ਇਹ ਆਪਣੀ ਵਾਈਫ ਦੇ ਨਾਲ ਤੋਂ ਭੱਜ ਗਿਆ, ਪੁਲਿਸ ਨੇ ਇਹਨੂੰ ਫੋਲੋ ਕੀਤਾ ਔਰ ਫੋਲੋ ਕਰਦੇ ਕਰਦੇ ਕਮਾਦ 'ਚ ਆ ਕੇ ਲੁਕ ਗਿਆ ਹੈਗਾ। ਔਨ ਦੀ ਵੇ ਇਹਨੇ ਪੁਲਿਸ ਤੇ ਫਾਇਰਿੰਗ ਕੀਤੀ। ਇਹਦੇ ਕੋਲ 2 ਪਿਸਟਲ ਸੀਗੀਆਂ ਔਰ ਉਹਦੇ ਨਾਲ ਪੁਲਿਸ ਤੇ ਫਾਇਰਿੰਗ ਕੀਤੀ। ਫਿਰ ਐਸਐਸਪੀ ਸਾਹਿਬ ਨੇ ਫੋਰਸ ਦੇ ਨਾਲ ਘੇਰਾਬੰਦੀ ਕਰਕੇ ਇੱਥੇ ਸਰਚ ਦਾ ਆਪਰੇਸ਼ਨ ਸ਼ੁਰੂ ਕੀਤਾ ਔਰ ਸਰਚ ਕਰਨ ਤੇ ਇਹ ਜਿਹੜਾ ਹੈਗਾ ਬੰਦਾ ਅਰੈਸਟ ਕੀਤਾ ਗਿਆ ਔਰ ਪੁਲਿਸ ਦੀ ਕਸਟਡੀ 'ਚ ਲਿਆ ਗਿਆ। ਕਿੰਨੇ ਘੰਟੇ ਲਗਾਤਾਰ ਚੱਲਿਆ ਆਪਰੇਸ਼ਨ? ਗੋਲੀ ਵੀ ਵੱਜੀ? ਇਹ ਤਕਰੀਬਨ 3-4 ਘੰਟੇ ਆਪਰੇਸ਼ਨ ਚੱਲਿਆ। ਸਵੇਰੇ 8:30 ਵਜੇ ਪਹਿਲਾਂ ਇਸ ਬੰਦੇ ਨਾਲ ਕੰਟੈਕਟ ਹੋਇਆ ਸੀ ਜੀ ਤੇ ਇਸ ਵੇਲੇ ਤਕਰੀਬਨ 2 ਵਜ ਗਏ ਹੈਗੇ। ਸਰ, ਪਿੰਡ ਜ਼ਖਮੀ ਜੋ ਪਤਾ ਚੱਲ ਰਿਹਾ ਹੈਗਾ ਕਿ ਇਹ ਕਿਉਂਕਿ ਇਹਨੇ ਫਾਇਰ ਕੀਤਾ ਸੀਗਾ ਔਰ ਜਵਾਬੀ ਫਾਇਰ ਪੁਲਿਸ ਨੇ ਕੀਤਾ ਸੀਗਾ। ਇੱਕ ਮਿੰਟ, ਸੋ ਜਵਾਬੀ ਫਾਇਰ ਕੀਤਾ ਸੀ ਤੇ ਇਹ ਵੀ ਸ਼ਾਇਦ ਇੰਜਰਡ ਹੈ। ਰੁਕ ਕਰਦੇ ਅਗਲੀ ਵੱਡੀ ਖਬਰ ਦਾ। ਹਥਿਆਰਾਂ ਦੀ ਤਸਕਰੀ ਦੇ ਮੋਡਿਊਲ ਦਾ ਪਰਦਾਫਾਸ਼ ਕੀਤਾ ਗਿਆ। ਕਾਊਂਟਰ ਇੰਟੈਲੀਜੈਂਸ ਨੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਮੁਲਜ਼ਮਾਂ ਦੇ ਕੋਲੋਂ ਹਥਿਆਰਾਂ ਦਾ ਜ਼ਖੀਰਾ ਬਰਾਮਦ ਹੋਇਆ। ਫੜੇ ਗਏ ਮੁਲਜ਼ਮਾਂ ਦਾ ISI ਦੇ ਨਾਲ ਕਨੈਕਸ਼ਨ ਦੱਸਿਆ ਜਾ ਰਿਹਾ। 4 ਰਾਈਫਲ, 17 ਪਿਸਤੌਲ ਤੇ 10 ਮੈਗਜ਼ੀਨ ਬਰਾਮਦ ਕੀਤੇ ਗਏ ਨੇ। 700 ਤੋਂ ਵੱਧ ਗੋਲਾ ਬਾਰੂਦ ਵੀ ਇਹਨਾਂ ਤੋਂ ਬਰਾਮਦ ਕੀਤਾ ਗਿਆ। 1 ਕਰੋੜ ਤੋਂ ਵੱਧ ਦੀ ਨਕਦੀ ਤੇ 500 ਗ੍ਰਾਮ ਹੈਰੋਇਨ ਵੀ ਮੁਲਜ਼ਮਾਂ ਤੋਂ ਬਰਾਮਦ ਕੀਤੀ ਗਿਆ। ਡਰੋਨ ਦੇ ਜ਼ਰੀਏ ਸਰਹੱਦ ਪਾਰੋਂ ਦਰਅਸਲ ਇਹ ਹਥਿਆਰ ਭੇਜੇ ਗਏ ਸਨ। ਹਥਿਆਰਾਂ ਦੀ ਤਸਕਰੀ ਦੇ ਮੋਡਿਊਲ ਦਾ ਪਰਦਾਫਾਸ਼ ਕੀਤਾ ਗਿਆ। ਪੁਲਿਸ ਵੱਲੋਂ ਕਾਊਂਟਰ ਇੰਟੈਲੀਜੈਂਸ ਨੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਮੁਲਜ਼ਮਾਂ ਕੋਲੋਂ ਹਥਿਆਰਾਂ ਦਾ ਜ਼ਖੀਰਾ ਵੀ ਬਰਾਮਦ ਹੋਇਆ। ਫੜੇ ਗਏ ਮੁਲਜ਼ਮਾਂ ਦਾ ISI ਦੇ ਨਾਲ ਕਨੈਕਸ਼ਨ ਦੱਸਿਆ ਜਾ ਰਿਹਾ ਤੇ ਉਹਨਾਂ ਮੁਲਜ਼ਮਾਂ ਤੋਂ 4 ਰਾਈਫਲ, 17 ਪਿਸਤੌਲ ਤੇ 10 ਮੈਗਜ਼ੀਨ ਬਰਾਮਦ ਹੋਏ ਨੇ। ਵੱਡੀ ਕਾਮਯਾਬੀ ਪੁਲਿਸ ਨੂੰ ਹਾਸਲ ਕੀਤੀ ਗਈ ਹੈ। ਇਹਨਾਂ ਤੋਂ 700 ਤੋਂ ਵੱਧ ਗੋਲਾ ਬਾਰੂਦ ਵੀ ਬਰਾਮਦ ਕੀਤਾ ਹੈ। 1 ਕਰੋੜ ਤੋਂ ਵੱਧ ਦੀ ਨਕਦੀ ਤੇ 500 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ। ਇਹ ਵੀ ਵੱਡਾ ਖੁਲਾਸਾ ਹੈ ਕਿ ਡਰੋਨ ਦੇ ਜ਼ਰੀਏ ਸਰਹੱਦ ਪਾਰੋਂ ਇਹਨਾਂ ਨੂੰ ਜਿਹੜੇ ਹਥਿਆਰ ਆ ਉਹ ਭੇਜੇ ਗਏ ਸਨ। ਸੋ ਹਥਿਆਰਾਂ ਦੀ ਤਸਕਰੀ ਦੇ ਮੋਡਿਊਲ ਦਾ ਆਖਰਕਾਰ ਪੁਲਿਸ ਦੇ ਵੱਲੋਂ ਪਰਦਾਫਾਸ਼ ਕਰ ਦਿੱਤਾ ਗਿਆ। ਰੁਕ ਕਰਦੇ ਅਗਲੀ ਖਬਰ ਦਾ। ਮੋਗਾ ਦੇ ਵਿੱਚ ਦਰਦਨਾਕ ਹਾਦਸਾ ਵਾਪਰਿਆ। ਮੋਗਾ ਦੇ ਵਿੱਚ 3 ਸਾਲ ਦੀ ਬੱਚੀ ਤੇ ਕਾਰ ਚੜ ਗਈ। ਬੱਚੀ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਦਰਦਨਾਕ ਹਾਦਸੇ ਦੀਆਂ ਤਸਵੀਰਾਂ CCTV ਦੇ ਵਿੱਚ ਕੈਦ ਹੋਈਆਂ ਨੇ। ਕਾਰ ਸਵਾਰ ਹੀ ਬੱਚੀ ਨੂੰ ਹਾਲਾਂਕਿ ਹਸਪਤਾਲ ਵੀ ਲੈ ਗਿਆ ਪਰ ਬੱਚੀ ਨੇ ਦਮ ਤੋੜ ਦਿੱਤਾ। ਮ੍ਰਿਤਕ ਬੱਚੀ ਦੇ ਮਾਤਾ-ਪਿਤਾ UP ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਜੋ ਕੁਝ ਦਿਨ ਪਹਿਲਾਂ ਹੀ ਪੰਜਾਬ ਆਏ ਸਨ। ਮੋਗਾ ਦੀਆਂ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ। ਹਾਦਸੇ ਦੀਆਂ ਦਰਦਨਾਕ ਤਸਵੀਰਾਂ ਨੇ ਜਿੱਥੇ ਕਿ 3 ਸਾਲ ਦੀ ਬੱਚੀ ਤੇ ਅਚਾਨਕ ਕਾਰ ਚੜ ਗਈ। ਹਾਲਾਂਕਿ ਉਸ ਤੋਂ ਬਾਅਦ ਕਾਰ ਚਾਲਕ ਦੇ ਵੱਲੋਂ ਤਸਵੀਰਾਂ ਬੇਹੱਦ ਪਰੇਸ਼ਾਨ ਕਰਨ ਵਾਲੀਆਂ ਨੇ। ਅਸੀਂ ਦਰਸ਼ਕਾਂ ਨੂੰ ਇਹ ਵੀ ਸਾਫ਼ ਕਰ ਦਈਏ ਕਿਉਂਕਿ ਜਿਸ ਤਰ੍ਹਾਂ ਦੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਬੇਹੱਦ ਪਰੇਸ਼ਾਨ ਕਰਨ ਵਾਲੀਆਂ ਨੇ। ਉਸ ਤੋਂ ਬਾਅਦ ਕਿਉਂਕਿ ਕਾਰ ਚਾਲਕ ਦੇ ਵੱਲੋਂ ਬੱਚੇ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਹੈ, ਭਰਤੀ ਵੀ ਕਰਵਾਇਆ ਜਾਂਦਾ ਪਰ ਬੱਚੀ ਦੇ ਵੱਲੋਂ ਦਮ ਤੋੜ ਦਿੱਤਾ ਜਾਂਦਾ ਹੈ। ਦਰਦਨਾਕ ਹਾਦਸੇ ਦੀਆਂ CCTV ਤਸਵੀਰਾਂ ਅਸੀਂ ਆਪਣੇ ਦਰਸ਼ਕਾਂ ਨੂੰ ਵਿਖਾ ਰਹੇ ਹਾਂ ਜਿਹੜੀਆਂ ਕਿ ਬੇਹੱਦ ਪਰੇਸ਼ਾਨ ਕਰਨ ਵਾਲੀਆਂ ਨੇ। ਕਾਰ ਸਵਾਰ ਹੀ ਬੱਚੀ ਨੂੰ ਹਸਪਤਾਲ ਵੀ ਲੈ ਕੇ ਗਿਆ ਪਰ ਬੱਚੀ ਨੇ ਦਮ ਤੋੜ ਦਿੱਤਾ। ਹੁਣ ਤੱਕ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਮ੍ਰਿਤਕ ਬੱਚੀ ਦੇ ਮਾਤਾ-ਪਿਤਾ UP ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਜੋ ਕੁਝ ਦਿਨ ਪਹਿਲਾਂ ਹੀ ਪੰਜਾਬ ਆਏ ਸਨ ਤੇ ਜਿਨ੍ਹਾਂ ਦੀ 3 ਸਾਲ ਦੀ ਬੱਚੀ ਇਸ ਦਰਦਨਾਕ ਹਾਦਸੇ ਦੀ ਸ਼ਿਕਾਰ ਹੋ ਗਈ। ਦੀ ਘਟਨਾ ਲੇਟ ਇਵਨਿੰਗ ਦੀ ਘਟਨਾ ਇਹ ਜੀ। ਇੱਕ ਪੱਟੀ ਵਾਲੀ ਗਲੀ ਤੇ ਇੱਕ ਕਾਰ ਡਰਾਈਵਰ ਸੀਗਾ, ਉਹਨੇ ਅੱਗੇ ਇੱਕ ਛੋਟੀ ਬੱਚੀ ਆ ਗਈ ਸੀਗੀ ਜੀ। ਉਹਦਾ ਐਕਸੀਡੈਂਟ ਹੋ ਗਿਆ ਔਰ ਅੱਜ ਦੀ ਜਿਹੜੀ ਬੱਚੀ ਦੀ ਉਹਦੀ ਮੌਤ ਹੋ ਚੁੱਕੀ ਹੈ ਜੀ। ਉਹਨਾਂ ਦੇ ਪਰਿਵਾਰ ਨਾਲ ਸਾਡਾ ਤਾਲਮੇਲ ਹੋ ਗਿਆ। ਪਰਿਵਾਰ ਜੋ ਸਟੇਟਮੈਂਟ ਦੇਊਗਾ ਉਸ ਦੇ ਹਿਸਾਬ ਨਾਲ ਕਾਰਵਾਈ ਕਰ ਦਿੱਤੀ ਜਾਊਗੀ।
ਉਧਰ ਪਠਾਨਕੋਟ ਦੇ ਵਿੱਚ ਵੀ ਦਰਦਨਾਕ ਹਾਦਸਾ ਵਾਪਰਿਆ। ਸੁਜਾਨਪੁਰ ਦੇ ਵਿੱਚ ਟਰੱਕ ਤੇ ਬੱਸ ਦੀ ਜ਼ਬਰਦਸਤ ਟੱਕਰ ਹੋ ਗਈ। ਹਾਦਸੇ ਦੇ ਵਿੱਚ ਇੱਕ ਸ਼ਖਸ ਦੀ ਮੌਤ ਹੋ ਗਈ ਹੈ। ਬੱਸ ਸਵਾਰ 5 ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ। ਹਾਦਸੇ ਦੀਆਂ ਲਾਈਵ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਦਰਦਨਾਕ ਹਾਦਸੇ ਦੀਆਂ ਤੁਹਾਨੂੰ ਅਸੀਂ ਲਾਈਵ ਤਸਵੀਰਾਂ ਵਿਖਾ ਰਹੇ ਹਾਂ ਕਿ ਕਿਵੇਂ ਸੁਜਾਨਪੁਰ ਦੇ ਵਿੱਚ ਟਰੱਕ ਤੇ ਬੱਸ ਦੀ ਅਚਾਨਕ ਜ਼ਬਰਦਸਤ ਟੱਕਰ ਹੁੰਦੀ ਆ। ਆਮੋ ਸਾਹਮਣੇ ਤੋਂ ਇਸ ਦਰਦਨਾਕ ਹਾਦਸੇ ਦੇ ਵਿੱਚ ਇੱਕ ਸ਼ਖਸ ਦੀ ਮੌਤ ਹੋ ਗਈ। ਬੱਸ ਸਵਾਰ 5 ਲੋਕ ਇਸ ਦੌਰਾਨ ਜ਼ਖਮੀ ਹੋਏ ਨੇ। ਹਾਦਸੇ ਦੀਆਂ ਅਸੀਂ ਤੁਹਾਨੂੰ ਲਾਈਵ ਤਸਵੀਰਾਂ ਵਿਖਾ ਰਹੇ ਹਾਂ। ਦਰਅਸਲ ਪਠਾਨਕੋਟ ਦੇ ਸੁਜਾਨਪੁਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਕਿ ਟਰੱਕ ਤੇ ਬੱਸ ਦੀ ਆਪਸ ਦੇ ਵਿੱਚ ਜ਼ਬਰਦਸਤ ਟੱਕਰ ਹੋ ਗਈ। ਇਸ ਦੌਰਾਨ ਦਰਦਨਾਕ ਹਾਦਸਾ ਵਾਪਰਿਆ ਤੇ ਇਸ ਹਾਦਸੇ ਦੇ ਵਿੱਚ ਇੱਕ ਸ਼ਖਸ ਦੀ ਮੌਤ ਹੋ ਗਈ। ਇੱਕ ਸ਼ਖਸ ਦੇ ਵੱਲੋਂ ਦਮ ਤੋੜ ਦਿੱਤਾ ਗਿਆ। ਬੱਸ ਸਵਾਰ 5 ਲੋਕ ਇਸ ਦੌਰਾਨ ਗੰਭੀਰ ਜ਼ਖਮੀ ਹੋਏ ਨੇ ਕਿਉਂਕਿ ਬੱਸ ਦੇ ਵਿੱਚ ਕਾਫੀ ਸਵਾਰੀਆਂ ਜਿਹੜੀਆਂ ਸਵਾਰ ਸਨ ਤੇ ਇਸ ਦੌਰਾਨ 5 ਲੋਕ ਬੱਸ ਦੇ ਵਿੱਚ ਜਿਹੜੇ ਸਵਾਰ ਸਨ ਉਹ ਜ਼ਖਮੀ ਦੱਸੇ ਜਾ ਰਹੇ ਨੇ। कारण क्या है? एक्सीडेंट बस वाला इधर से आ रहा था तो मैं अपनी साइड से जा रहा था। बस वाले के आगे बाइक वाला आया, उसने गाड़ी निकाली बाहर तो सीधा मेरे साथ आके गाड़ी टच हुई उससे। आप कौन सी गाड़ी पे थे? मेरे ट्रक पे था। कितना नुकसान हुआ आपका? मेरी तो गाड़ी पूरी टोटल लात हो गई है।